हाँ जी दोस्तों, स्वागत है साਰਿਆਂ ਦਾ स्टडी फाइटर ਦੇ ਵਿੱਚ। ਅੱਜ ਅਸੀਂ औसत वाला जो टॉपिक है ਇਹ स्टार्ट ਕਰਨ ਜਾ ਰਹੇ ਹਾਂ। ਬਿਲਕੁਲ ਜ਼ੀਰੋ ਲੈਵਲ ਤੋਂ ਸਟਾਰਟ ਕਰਾਂਗੇ। ਫਸਟ ਆਫ ਆਲ ਅਸੀਂ ਸਮਝਾਂਗੇ ਕਿ औसत ਭਾਵ ਐਵਰੇਜ ਹੈ ਕੀ ਅਤੇ ਕਿਸ ਨੰਬਰਾਂ ਦੇ ਬੇਸ ਤੇ ਇਹ ਪੁੱਛੀ ਜਾ ਸਕਦੀ ਹੈ, ਕਿਸ ਤਰ੍ਹਾਂ ਦੇ ਵਿੱਚ ਸਵਾਲ ਆ ਸਕਦੇ ਨੇ ਅਤੇ ਤੁਹਾਡੀ ਪ੍ਰੈਕਟਿਸ ਕਿਸ ਤਰ੍ਹਾਂ ਵਧੀਆ ਤਰੀਕੇ ਨਾਲ ਹੋ ਸਕਦੀ ਹੈ। ਕੁਝ ਟ੍ਰਿਕਸ ਅਤੇ ਕੁਝ ਦੇਸੀ ਤਰੀਕੇ ਕਹਿ ਲਓ ਜਾਂ ਪਰੰਪਰਾਗਤ ਕਹਿ ਲਓ, ਲੈਂਥੀ ਤਰੀਕੇ, ਇਹ ਸਭ ਡਿਸਕਸ ਕਰਾਂਗੇ ਅਸੀਂ। ਇਸ ਲਈ ਤੁਸੀਂ ਸਾਡੇ ਚੈਨਲ ਨਾਲ ਲਗਾਤਾਰ ਜੁੜੋ। ਅਸੀਂ ਅਲੱਗ-ਅਲੱਗ ਪਾਰਟਸ ਦੇ ਵਿੱਚ ਇਹ ਸਾਰਾ ਟੌਪਿਕ ਕਵਰ ਕਰਾਂਗੇ। ਸੋ ਅੱਜ ਦੀ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਔਸਤ ਕੀ ਹੈ। ਔਸਤ ਭਾਵ ਐਵਰੇਜ ਇਹ ਹੋ ਗਈ ਵਿਚਕਾਰ ਵਾਲੀ ਸੰਖਿਆ। ਕੋਈ ਵੀ ਮੰਨ ਕੇ ਚੱਲੋ ਸਾਨੂੰ ਸੰਖਿਆਵਾਂ ਦਾ ਇੱਕ ਸਮੂਹ ਦਿੱਤਾ ਹੋਇਆ, ਉਹਦੇ ਵਿੱਚੋਂ ਵਿਚਕਾਰ ਵਾਲੀ ਸੰਖਿਆ ਨੂੰ ਅਸੀਂ ਔਸਤ ਆਖ ਦਿੰਦੇ ਹਾਂ। ਭਾਵ ਉਹਦੇ ਮਿਡਲ ਵਾਲੀ ਜਿਹੜੇ ਨੰਬਰ ਹੈ, ਮਿਡਲ ਟਰਮ, ਮੈਂ ਉਸ ਨੂੰ ਅਸੀਂ ਕੀ ਆਖ ਦਿੰਦੇ ਹਾਂ, ਔਸਤ ਆਖ ਦਿੰਦੇ ਹਾਂ। ਜਿਵੇਂ ਕਿ ਦੇਖੋ, ਤੁਹਾਨੂੰ ਅਸੀਂ ਇੱਕ ਉਦਾਹਰਨ ਦੇਣੀ ਚਾਹਾਂਗੇ। ਮੰਨ ਕੇ ਚੱਲੋ ਕਿ 3 ਟੋਕਰੀਆਂ ਨੇ, ਠੀਕ ਹੈ ਜੀ, 3 ਟੋਕਰੀਆਂ ਨੇ। ਇੱਕ ਦੇ ਵਿੱਚ 1 ਕਿਲੋ, ਇੱਕ ਦੇ ਵਿੱਚ 2 ਕਿਲੋ ਅਤੇ ਇੱਕ ਦੇ ਵਿੱਚ 3 ਕਿਲੋ। ਇਸ ਤਰ੍ਹਾਂ ਇਹਨਾਂ ਦੇ ਵਿੱਚ ਇਹ ਅੰਬ ਪਏ ਨੇ, 1 ਕਿਲੋ, 2 ਕਿਲੋ ਅਤੇ 3 ਕਿਲੋ ਅੰਬ ਪਏ ਨੇ 3 ਟੋਕਰੀਆਂ ਦੇ ਵਿੱਚ, ਠੀਕ ਹੈ ਜੀ। ਤਾਂ ਅਸੀਂ ਕਹੀਏ ਕਿ 3 ਵਿਅਕਤੀਆਂ ਦੇ ਵਿੱਚ ਅਸੀਂ ਨੇ ਇਹ ਵੰਡਣੀਆਂ ਟੋਕਰੀਆਂ, ਤਾਂ ਇੱਕ ਵਿਅਕਤੀ ਨੂੰ ਕਿੰਨੇ ਅੰਬ ਆਉਣਗੇ। ਤਾਂ ਇਸ ਸਥਿਤੀ ਦੇ ਵਿੱਚ ਅਸੀਂ ਕੀ ਕਰਾਂਗੇ, ਇਹਨਾਂ ਦਾ ਔਸਤ ਫਾਈਂਡ ਕਰਾਂਗੇ, ਠੀਕ ਹੈ ਜੀ। 1, 2 ਅਤੇ 3 ਦਾ ਔਸਤ ਫਾਈਂਡ ਕਰਾਂਗੇ। ਤਾਂ ਇਹ ਔਸਤ ਪਤਾ ਕਰਨ ਦਾ ਜਿਹੜਾ ਮੂਲ ਤਰੀਕਾ ਹੈ, ਪਰੰਪਰਾਗਤ ਵੇ ਹੈ, ਉਹ ਇਹ ਹੈ। ਦੇਖੋ ਜੀ, 1 ਜੋੜ 2 ਜੋੜ 3, ਠੀਕ ਹੈ। ਇਹਨੂੰ ਜੋੜ ਕਰਕੇ ਕਿੰਨਾ ਬਣ ਗਿਆ, 5, 6 ਬਣ ਗਿਆ। 6 ਨੂੰ ਅਸੀਂ 3 ਤੇ ਵੰਡ ਦਿੰਨੇ ਤਾਂ ਕਿੰਨਾ ਆ ਜਾਂਦਾ ਹੈਗਾ, 2 ਆਨਸਰ ਸਾਡਾ ਆ ਜਾਂਦਾ ਹੈ। ਪਰੰਤੂ ਜੇਕਰ ਅਸੀਂ ਕਹੀਏ ਕਿ ਸਾਨੂੰ ਇੱਥੇ ਡਾਇਰੈਕਟ ਹੀ ਉੱਤਰ ਪਤਾ ਚੱਲ ਗਿਆ ਸੀ, ਤਾਂ ਉਹ ਉੱਤਰ ਸੀ 2, ਵਿਚਕਾਰ ਵਾਲੀ ਸੰਖਿਆ ਸੀ। ਪਰੰਤੂ ਅੱਗੇ ਪ੍ਰੋਬਲਮ ਤੁਹਾਨੂੰ ਕੀ ਆਊਗੀ ਕਿ ਉਹ 1, 2 ਸੰਖਿਆ ਨਹੀਂ ਪੁੱਛਦੇ, ਉਹ ਕਈ ਸੰਖਿਆ ਪੁੱਛ ਸਕਦੇ ਨੇ, 100 ਪੁੱਛ ਸਕਦੇ ਨੇ, 100 ਸੰਖਿਆਵਾਂ ਦਾ ਐਵਰੇਜ, 50 ਸੰਖਿਆਵਾਂ ਦਾ, 20 ਦਾ, 30 ਦਾ, ਠੀਕ ਹੈ। ਇਸ ਤਰੀਕੇ ਨਾਲ ਅਲੱਗ-ਅਲੱਗ ਸੰਖਿਆਵਾਂ ਦਾ ਐਵਰੇਜ ਪੁੱਛਿਆ ਜਾ ਸਕਦਾ, ਔਸਤ ਪੁੱਛੀ ਜਾ ਸਕਦੀ ਹੈ। ਉਮੀਦ ਹੈ ਕਿ ਤੁਸੀਂ ਇਹ ਤਾਂ ਸਮਝ ਗਏ ਹੋਵੋਗੇ ਕਿ ਔਸਤ ਕੀ ਹੈ। ਔਸਤ ਇੱਕ ਵਿਚਕਾਰ ਵਾਲੀ ਉਹਦੀ ਪ੍ਰਤੀਨਿਧਤਾ ਕਰਦੀ ਇੱਕ ਸੰਖਿਆ ਹੈ, ਠੀਕ ਹੈ। ਐਵਰੇਜ ਕੀ ਹੈ, ਇੱਕ ਰਿਪਰੈਜ਼ੈਂਟੇਟਿਵ ਨੰਬਰ ਹੈ ਜੋ ਸਾਰਿਆਂ ਨੂੰ ਆਪਣੇ ਵਿੱਚ ਸ਼ਾਮਲ ਕਰ ਲੈਂਦਾ ਹੈ। ਭਾਵ ਸਾਰਿਆਂ ਦਾ ਉਹ ਵਿਚਕਾਰ ਵਾਲਾ ਕਹਿ ਲਓ ਜਾਂ ਮੂਲ ਟਰਮ ਹੁੰਦੀ ਹੈ ਜੋ ਸਾਰਿਆਂ ਨੂੰ ਰਿਪਰੈਜ਼ੈਂਟ ਕਰਦੀ ਹੈ। ਹੁਣ ਅਸੀਂ ਸਮਝਦੇ ਹਾਂ ਜੀ ਕਿ ਇਹਦੇ ਕੁਝ ਜ਼ਰੂਰੀ ਨੁਕਤੇ, ਕੁਝ ਟ੍ਰਿਕਸ ਜੋ ਐਵਰੇਜ ਨਾਲ ਰਿਲੇਟਡ ਨੇ। ਇਹਨਾਂ ਟ੍ਰਿਕਸ ਦੇ ਤੋਂ ਸਮਝਣ ਤੋਂ ਪਹਿਲਾਂ ਤੁਹਾਨੂੰ ਕੁਝ ਟਰਮਸ ਯਾਦ ਕਰਨੇ ਪੈਣੀਆਂ, ਕੁਝ ਨੰਬਰਸ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪੂਰਨ ਸੰਖਿਆਵਾਂ ਕੀ ਨੇ, ਕਿਉਂਕਿ ਜ਼ਿਆਦਾਤਰ ਜੋ ਸਵਾਲ ਨੇ ਉਹ ਪ੍ਰਾਕਿਰਤਿਕ, ਜਿਸਤ, ਟਾਂਕ, ਪੂਰਨ, ਇਹ ਅਲੱਗ-ਅਲੱਗ ਸੰਖਿਆਵਾਂ ਦੇ ਬੇਸ ਤੇ ਪੁੱਛੇ ਜਾਂਦੇ ਨੇ, ਠੀਕ ਹੈ ਜੀ। ਅੱਜ ਦੀ ਵੀਡੀਓ ਵਿੱਚ ਅਸੀਂ ਸਿਰਫ ਇਹ ਡਿਸਕਸ ਕਰਾਂਗੇ ਕਿ ਤੁਸੀਂ ਪਹਿਲੀਆਂ 50 ਸੰਖਿਆਵਾਂ, ਪਹਿਲੀਆਂ 100 ਸੰਖਿਆਵਾਂ, ਪ੍ਰਾਕਿਰਤਿਕ, ਠੀਕ ਹੈ, ਜਿਸਤ, ਟਾਂਕ, ਇਹਨਾਂ ਵੀ ਪਹਿਲੀਆਂ ਦਾ ਕਿਵੇਂ ਫਾਈਂਡ ਕਰ ਸਕਦੇ ਹੋ। ਇਹਦੇ ਲਈ ਨਾਲ ਦੀ ਨਾਲ ਤੁਹਾਨੂੰ ਕੋਈ ਟ੍ਰਿਕਸ ਵੀ ਅਸੀਂ ਦੱਸਾਂਗੇ। ਸਭ ਤੋਂ ਪਹਿਲਾਂ ਅਸੀਂ ਜਾਣ ਲੈਂਦੇ ਹਾਂ ਕਿ ਪੂਰਨ ਸੰਖਿਆਵਾਂ ਕੀ ਹੁੰਦੀਆਂ ਨੇ। ਪੂਰਨ ਸੰਖਿਆਵਾਂ ਉਹ ਹੁੰਦੀਆਂ ਨੇ ਜੀ ਜਿਹੜੀਆਂ 0 ਤੋਂ ਸਟਾਰਟ ਹੁੰਦੀਆਂ ਨੇ, ਠੀਕ ਹੈ ਜੀ। ਤੇ ਪੂਰਨ ਸੰਖਿਆਵਾਂ ਦੇ ਵਿੱਚ ਅਸੀਂ ਹਾਫ ਨਹੀਂ ਲੈ ਸਕਦੇ, ਜਿਵੇਂ ਕਿ ਅਸੀਂ ਵੀ 1 ਤੇ 2 ਦੇ ਵਿਚਕਾਰ ਵੀ ਕੋਈ ਸੰਖਿਆ ਤਾਂ ਹੈਗੀ ਹੈ, 1.5 ਹੈ, ਪੌਣੇ 2 ਹੈ, ਸਵਾ 1 ਹੈ, ਤਾਂ ਉਹ ਚੀਜ਼ਾਂ ਅਸੀਂ ਨਹੀਂ ਲੈਣਾ। ਪੂਰਨ ਦੇ ਵਿੱਚ ਅਸੀਂ ਸਿਰਫ ਲੈਂਦੇ ਹਾਂ 0, 1, 2, 3, 4, 5, 6, ਇਸ ਤਰ੍ਹਾਂ, ਠੀਕ ਹੈ। ਇਹ ਅਨੰਤ ਤੱਕ ਚੱਲਦੀਆਂ ਨੇ। ਸਟਾਰਟ ਇਹ 0 ਤੋਂ ਹੁੰਦੀਆਂ ਨੇ, ਚੱਲਦੀਆਂ ਕਾਹਦੇ ਤੱਕ ਨੇ, ਅਨੰਤ ਤੱਕ। ਬਟ ਇਹ ਸਾਨੂੰ ਇੱਕ ਲਿਮਟ ਦਿਆ ਕਰਨਗੇ, ਉਸ ਲਿਮਟ ਦੇ ਬੇਸ ਤੇ ਅਸੀਂ ਐਵਰੇਜ ਫਾਈਂਡ ਕਰਨੀ ਹੋਇਆ ਕਰੇਗੀ। ਪ੍ਰਾਕਿਰਤਿਕ ਸੰਖਿਆਵਾਂ ਬਾਰੇ ਜਾਣਦੇ ਹਾਂ ਹੁਣ ਅਸੀਂ। ਪ੍ਰਾਕਿਰਤਿਕ ਸੰਖਿਆਵਾਂ 1 ਤੋਂ ਸਟਾਰਟ ਹੁੰਦੀਆਂ ਨੇ, 1, 2, 3, 4, 5, 6, ਅਨੰਤ ਦੇ ਰੂਪ ਦੇ ਵਿੱਚ ਇਹ ਵੱਧਦੀਆਂ ਚਲੀਆਂ ਜਾਂਦੀਆਂ ਨੇ। ਪ੍ਰਾਕਿਰਤਿਕ ਸੰਖਿਆਵਾਂ ਯਾਦ ਰੱਖਣ ਦੇ ਲਈ ਤੁਹਾਨੂੰ ਇੱਕ ਟ੍ਰਿਕ ਵੀ ਅਸੀਂ ਦੱਸ ਦਿੰਦੇ ਹਾਂ। ਦੇਖੋ ਜੀ, ਜਦ ਅਸੀਂ ਕੋਈ ਗਿਣਤੀ ਕਰਦੇ ਹਾਂ ਆਮ ਜੀਵਨ ਦੇ ਵਿੱਚ, ਠੀਕ ਹੈ, ਪ੍ਰੈਕਟੀਕਲ ਲਾਈਫ ਦੇ ਵਿੱਚ ਜਦ ਅਸੀਂ ਕੋਈ ਗਿਣਤੀ ਕਰਨੀ ਹੈ ਤਾਂ ਅਸੀਂ ਉੱਥੇ 0 ਜਾਂ -1, -2 ਇਹ ਸੰਖਿਆਵਾਂ ਨਹੀਂ ਵਰਤਦੇ। ਅਸੀਂ ਉੱਥੇ ਦੇਖੋ, ਮੰਨ ਕੇ ਚਲੋ ਅਸੀਂ ਕਹਿ ਦਈਏ ਕਿ ਅੱਜ ਕਲਾਸ ਦੇ ਵਿੱਚ ਕਿੰਨੇ ਵਿਦਿਆਰਥੀ ਨੇ ਜਿਹੜੇ ਉਹ ਹਾਜ਼ਰ ਨੇ। ਅਸੀਂ ਕੀ ਕਹਾਂਗੇ ਵੀ 2 ਹਾਜ਼ਰ ਨੇ, 4 ਹਾਜ਼ਰ ਨੇ, 50 ਹਾਜ਼ਰ ਨੇ। ਅਸੀਂ ਇਸ ਤਰੀਕੇ ਨਾਲ ਗਿਣਤੀ ਦੱਸਾਂਗੇ। ਅਸੀਂ ਕਦੇ ਇਹ ਤਾਂ ਨਹੀਂ ਕਹਿੰਦੇ -5 ਹਾਜ਼ਰ ਨੇ, -7 ਹਾਜ਼ਰ ਨੇ, ਨਾ ਅਸੀਂ ਇਹ ਕਹੀਏ ਵੀ 0 ਬੱਚਾ ਹਾਜ਼ਰ ਹੈ। ਅਸੀਂ ਕੀ ਕਹਾਂਗੇ, ਜਾਂ ਤਾਂ ਕਹਾਂਗੇ ਵੀ 1, 2, 3, 4, 5 ਇਸ ਤਰ੍ਹਾਂ ਕਹਾਂਗੇ, ਜਾਂ ਤਾਂ ਕਹਾਂਗੇ ਵੀ ਹੈ ਹੀ ਨਹੀਂ, ਜਾਂ ਕਹਾਂਗੇ ਵੀ 1, 2, 3। ਭਾਵ ਜਿਹੜੀ ਉਹ ਗਿਣਤੀ ਹੈ ਉਹ ਕੀ ਹੋਊਗੀ, ਧਨਾਤਮਕ ਰੂਪ ਦੇ ਵਿੱਚ ਹੋਏਗੀ, ਠੀਕ ਹੈ, ਪੋਸੀਬਲ ਹੋਏਗੀ ਉਹ। ਇਹ ਤਰੀਕੇ ਨਾਲ ਇਹਨੂੰ ਤੁਸੀਂ ਯਾਦ ਰੱਖ ਸਕਦੇ ਹੋ। ਜਿਵੇਂ ਕਿ ਦੇਖੋ, ਕੋਈ ਦਰਖਤ ਹੈ, ਉਹਦੇ ਉੱਤੇ ਜੇਕਰ ਅਸੀਂ ਕੋਈ ਐਪਲ ਦਾ ਦਰਖਤ ਦੀ ਗੱਲ ਕਰੀਏ, ਠੀਕ ਹੈ, ਤਾਂ ਉਹਦੇ ਉੱਤੇ ਕਿੰਨੇ ਐਪਲ ਲੱਗ ਸਕਦੇ ਨੇ, 1 ਲੱਗ ਸਕਦਾ ਹੈ, 2 ਲੱਗ ਸਕਦੇ ਨੇ, 3, 4, 5 ਕਿੰਨੇ ਵੀ ਲੱਗ ਸਕਦੇ ਨੇ। ਪਰੰਤੂ ਉਹਦੇ ਤੇ ਨਾ ਤਾਂ ਇਹ ਹੋ ਸਕਦਾ ਵੀ ਉਹਦੇ ਤੇ ਡੇਢ ਵੀ 1 ਐਪਲ ਅੱਧਾ ਹੈਗਾ, ਠੀਕ ਹੈ, 1 ਐਪਲ ਅੱਧਾ ਲੱਗਿਆ ਹੋਇਆ ਹੈ, 1 ਐਪਲ ਪੂਰਾ ਲੱਗਿਆ ਹੋਇਆ, ਇਸ ਤਰ੍ਹਾਂ ਦਾ ਨਹੀਂ ਹੋ ਸਕਦਾ। ਜਾਂ ਤਾਂ 2 ਹੀ ਹੋਣਗੇ ਉਹਨਾਂ ਦੀ ਗਿਣਤੀ, ਜਦ ਅਸੀਂ 3 ਕਹਾਂਗੇ ਜਾਂ 4 ਕਹਾਂਗੇ। ਨਾ ਅਸੀਂ ਇਹ ਕਹਿ ਸਕਦੇ ਵੀ ਉਹਦੇ ਉੱਤੇ ਘਟਾ 3 ਐਪਲ ਲੱਗੇ ਹੋਏ ਨੇ, ਘਟਾ 1 ਐਪਲ ਲੱਗਿਆ ਹੋਇਆ, ਨਹੀਂ, ਇਸ ਤਰ੍ਹਾਂ ਅਸੀਂ ਨਹੀਂ ਕਹਿ ਸਕਦੇ, ਠੀਕ ਹੈ। ਦੇਖੋ ਜੀ, ਉਸ ਤੋਂ ਬਾਅਦ ਅਸੀਂ ਡਿਸਕਸ ਕਰਦੇ ਹਾਂ ਜਿਸਤ ਸੰਖਿਆਵਾਂ। ਜਿਸਤ ਸੰਖਿਆਵਾਂ ਜਿਹੜੀਆਂ ਇਹ ਪ੍ਰਾਕਿਰਤਿਕ ਦੇ ਵਿੱਚੋਂ ਹੀ ਲੈ ਲੈਂਦੇ ਹਾਂ ਅਸੀਂ।
ਇਹ ਜਿਸਤ ਸੰਖਿਆਵਾਂ ਨੂੰ ਕਈ ਵਾਰ ਸਮ ਸੰਖਿਆਵਾਂ ਵੀ ਕਿਹਾ ਜਾਂਦਾ ਹੈ। ਇੰਗਲਿਸ਼ ਦੇ ਵਿੱਚ ਇੱਕ ਵਾਰ ਥੋੜਾ ਜਿਹਾ ਟ੍ਰਾਂਸਲੇਟ ਕਰ ਦਿੰਦੇ ਹਾਂ। ਪੂਰਨ ਸੰਖਿਆਵਾਂ ਮੀਨਸ ਹੋਲ ਨੰਬਰ, ਪ੍ਰਾਕਿਰਤਿਕ ਸੰਖਿਆ ਮੀਨਸ ਨੈਚੁਰਲ ਨੰਬਰ ਐਂਡ ਜਿਸਤ ਸੰਖਿਆ ਨੂੰ ਅਸੀਂ ਪੰਜਾਬੀ ਦੇ ਵਿੱਚ ਕਈ ਵਾਰ ਸਮ ਸੰਖਿਆ ਵੀ ਕਹਿ ਦਿੰਦੇ ਹਾਂ, ਇਹ ਜੀ ਯਾਦ ਰੱਖਿਓ। ਅਤੇ ਇੰਗਲਿਸ਼ ਦੇ ਵਿੱਚ ਅਸੀਂ ਇਹਨੂੰ ਈਵਨ ਆਖਦੇ ਹਾਂ। ਤਾਂ ਇਹਨੂੰ ਯਾਦ ਰੱਖਣ ਦਾ ਤੁਹਾਨੂੰ ਤਰੀਕਾ ਦੱਸਦੇ ਹਾਂ, ਈਵਨ, ਠੀਕ ਹੈ, EVEN। ਤਾਂ ਦੇਖੋ ਜੀ ਇਹਦੇ 'ਚ 1 2 3 4 ਅੱਖਰ ਨੇ, ਠੀਕ ਹੈ। 4 ਨੂੰ 2 ਤੇ ਵੰਡਿਆ ਜਾ ਸਕਦਾ, ਇਹਦਾ ਮਤਲਬ ਈਵਨ ਸੰਖਿਆਵਾਂ ਉਹ ਹੁੰਦੀਆਂ ਨੇ ਜਿਹੜੀਆਂ ਨੂੰ 2 ਤੇ ਵੰਡਿਆ ਜਾ ਸਕਦਾ ਹੈ। ਅਤੇ ਟਾਂਕ ਸੰਖਿਆਵਾਂ ਨੂੰ ਅਸੀਂ ਆਖਦੇ ਹਾਂ ਔਡ ਨੰਬਰ, ਠੀਕ ਹੈ ਜੀ, ਇਹਨਾਂ ਨੂੰ ਅਸੀਂ ਔਡ ਨੰਬਰ ਆਖਦੇ। ਔਡ ਦੇ ਵਿੱਚ 3 ਅੱਖਰ ਨੇ, 3 ਨੂੰ 2 ਤੇ ਵੰਡਿਆ ਨਹੀਂ ਜਾ ਸਕਦਾ। ਭਾਵ ਔਡ ਸੰਖਿਆਵਾਂ, ਟਾਂਕ ਸੰਖਿਆਵਾਂ ਉਹ ਹੁੰਦੀਆਂ ਨੇ ਜਿਹਦੇ ਨੂੰ ਅਸੀਂ 2 ਤੇ ਨਹੀਂ ਵੰਡ ਸਕਦੇ, ਠੀਕ ਹੈ। ਜਾਂ ਸਿੰਪਲ ਲੈਂਗੁਏਜ ਦੇ ਵਿੱਚ ਕਹਿ ਲਓ ਕਿ ਜਿਨ੍ਹਾਂ ਦੇ ਜੋੜੇ ਬਣ ਸਕਦੇ ਨੇ, ਜਿਨ੍ਹਾਂ ਦੇ ਪੇਅਰਸ ਬਣਾਏ ਜਾ ਸਕਦੇ ਨੇ, ਉਹਨਾਂ ਨੂੰ ਅਸੀਂ ਕੀ ਆਖਦੇ ਹਾਂ, ਜਿਸਤ ਸੰਖਿਆਵਾਂ ਜਾਂ ਕਹਿ ਲਓ ਈਵਨ ਨੰਬਰ ਆਖਦੇ ਹਾਂ। ਅਦਰਵਾਈਜ਼ ਜਿਹੜਿਆਂ ਦੇ ਜੋਟੇ ਨਹੀਂ ਬਣਾਏ ਜਾ ਸਕਦੇ ਉਹਨਾਂ ਨੂੰ ਅਸੀਂ ਟਾਂਕ ਆਖਦੇ ਹਾਂ। ਜਿਹੜਿਆਂ ਦੇ ਨਹੀਂ ਬਣਾਏ ਜਾ ਸਕਦੇ ਟਾਂਕ, ਜਿਹੜਿਆਂ ਦੇ ਬਣਾਏ ਜਾ ਸਕਦੇ ਉਹਨਾਂ ਨੂੰ ਜਿਸਤ ਜਾਂ ਕਹਿ ਲਓ ਈਵਨ ਨੰਬਰ ਆਖਦੇ ਹਾਂ, ਠੀਕ ਹੈ ਜੀ। ਜਿਹੜੀਆਂ ਜਿਸਤ ਸੰਖਿਆਵਾਂ ਉਹ ਲਗਭਗ ਅਸੀਂ 2 ਤੋਂ ਮੰਨਦੇ ਹਾਂ ਵੀ ਸਟਾਰਟ ਹੁੰਦੀਆਂ ਨੇ, ਪਰੰਤੂ ਬਹੁਤੀਆਂ ਥਾਵਾਂ ਤੇ ਜਦ ਕਈ ਵਾਰ 0 ਬੈਕ ਸਾਈਡ ਤੇ ਆ ਜਾਂਦਾ ਤਾਂ ਉੱਥੇ ਉਹ ਸੰਖਿਆ ਨੂੰ ਵੀ ਅਸੀਂ ਜਿਸਤ ਦੇ ਵਿੱਚ ਕਾਊਂਟ ਕਰ ਲੈਣੇ। ਜਿਵੇਂ ਕਿ 10 ਦੇ ਪਿੱਛੇ 0 ਆ ਗਿਆ ਲਾਸਟ ਜਿਸਤ, ਤਾਂ ਉੱਥੇ ਅਸੀਂ 10 ਨੂੰ ਕੰਪਲੀਟ 10 ਨੂੰ ਕੀ ਮੰਨ ਲਿਆ, ਜਿਸਤ ਸੰਖਿਆ ਹੀ ਮੰਨ ਲਿਆ। ਤੇ ਜਿਹੜੀਆਂ ਟਾਂਕ ਸੰਖਿਆਵਾਂ ਨੇ, ਪ੍ਰਾਕਿਰਤਿਕ ਦੀ ਗੱਲ ਕਰ ਰਹੇ ਹਾਂ ਅਸੀਂ, ਤਾਂ ਪ੍ਰਾਕਿਰਤਿਕ ਜਿਹੜੀਆਂ ਟਾਂਕ ਸੰਖਿਆਵਾਂ ਨੇ ਉਹ ਕਾਹਦੇ ਤੋਂ ਸਟਾਰਟ ਹੁੰਦੀਆਂ ਨੇ, 1 ਤੋਂ, ਠੀਕ ਹੈ ਜੀ। ਸੋ ਇਹ ਅਸੀਂ ਨੇ ਪ੍ਰਾਕਿਰਤਿਕ ਸੰਖਿਆ ਬਾਰੇ, ਜਿਸਤ ਸੰਖਿਆ ਬਾਰੇ, ਟਾਂਕ ਸੰਖਿਆ ਬਾਰੇ ਜਾਣ ਲਿਆ। ਕਿਉਂਕਿ ਅੱਜ ਜੋ ਇਹਦੀ ਐਵਰੇਜ ਦੀ ਫਸਟ ਵੀਡੀਓ ਅਸੀਂ 0 ਤੋਂ ਸਟਾਰਟ ਕਰ ਰਹੇ ਹਾਂ, ਇਹ ਮੰਨ ਰਹੇ ਹਾਂ ਵੀ ਤੁਹਾਨੂੰ ਸੰਖਿਆ ਬਾਰੇ ਵੀ ਨਹੀਂ ਪਤਾ ਸੀ, ਇਸ ਕਰਕੇ ਅਸੀਂ ਨੇ ਤੁਹਾਨੂੰ ਬਿਲਕੁਲ ਸਟਾਰਟ ਤੋਂ ਦੱਸਿਆ। ਹੁਣ ਅਸੀਂ ਥੋੜੇ ਜਿਹੇ ਸਟਾਰਟ ਕਰਦੇ ਹਾਂ ਕਿ ਸਵਾਲ ਤੁਹਾਨੂੰ ਕਿਸ ਤਰੀਕੇ ਨਾਲ ਪੁੱਛੇ ਜਾ ਸਕਦੇ ਨੇ। ਸਵਾਲ ਜਿਹੜਾ ਤੁਹਾਨੂੰ ਇਸ ਤਰੀਕੇ ਨਾਲ ਪੁੱਛਿਆ ਜਾ ਸਕਦਾ ਹੈ ਕਿ ਪਹਿਲੀਆਂ 10 ਪ੍ਰਾਕਿਰਤਿਕ ਸੰਖਿਆਵਾਂ ਦਾ ਔਸਤ, ਠੀਕ ਹੈ, ਪਹਿਲੀਆਂ 50 ਪ੍ਰਾਕਿਰਤਿਕ ਸੰਖਿਆਵਾਂ ਦਾ ਔਸਤ, ਉਸ ਤੋਂ ਬਿਨਾਂ ਪਹਿਲੀਆਂ 50 ਜਿਸਤ ਪ੍ਰਾਕਿਰਤਿਕ ਸੰਖਿਆਵਾਂ ਦਾ ਔਸਤ, ਪਹਿਲੀਆਂ 20 ਜਿਸਤ ਪ੍ਰਾਕਿਰਤਿਕ ਸੰਖਿਆਵਾਂ ਦਾ ਔਸਤ, ਟਾਂਕ ਪ੍ਰਾਕਿਰਤਿਕ ਸੰਖਿਆਵਾਂ ਦਾ ਔਸਤ। ਤਾਂ ਇਸ ਤਰ੍ਹਾਂ ਸਵਾਲ ਪੁੱਛੇ ਜਾ ਸਕਦੇ ਨੇ। ਸੋ ਇਹਨਾਂ ਦੇ ਲਈ ਤੁਹਾਨੂੰ ਇੱਕ ਟ੍ਰਿਕ ਦੱਸਣੀ ਚਾਹਾਂਗੇ ਅਸੀਂ। ਇਹ ਟ੍ਰਿਕ ਦੱਸਣ ਤੋਂ ਪਹਿਲਾਂ ਅਸੀਂ ਥੋੜਾ ਜਿਹਾ ਬੇਸ ਬਾਰੇ ਸਮਝ ਲੈਂਦੇ ਹਾਂ ਕਿ ਇਹ ਪ੍ਰਾਕਿਰਤਿਕ ਸੰਖਿਆਵਾਂ ਦਾ ਔਸਤ ਅਸੀਂ ਪਤਾ ਕਿਵੇਂ ਕਰਨਾ ਹੁੰਦਾ ਹੈ। ਦੇਖੋ ਜੀ, ਪਹਿਲਾਂ ਤਾਂ ਅਸੀਂ ਪ੍ਰਾਕਿਰਤਿਕ ਸੰਖਿਆਵਾਂ ਲੈਂਦੇ ਹਾਂ ਕੁਝ, ਜਿਵੇਂ ਕਿ ਅਸੀਂ ਲੈ ਲਈ 1 2 3 4 ਅਤੇ 5। ਇਹ ਕੁਝ ਅਸੀਂ ਨੇ ਪ੍ਰਾਕਿਰਤਿਕ ਸੰਖਿਆਵਾਂ ਲੈ ਲਈਆਂ ਨੇ। ਹੁਣ ਇਹਨਾਂ ਦਾ ਅਸੀਂ ਨੇ ਔਸਤ ਪਤਾ ਕਰਨਾ, ਪਹਿਲੀਆਂ 5 ਲਈਆਂ ਨੇ ਇੱਥੇ ਅਸੀਂ ਨੇ, ਠੀਕ ਹੈ। ਇਹ ਮੰਨ ਲਓ ਵੀ ਪਹਿਲੀਆਂ 5 ਸੰਖਿਆਵਾਂ ਲਈਆਂ ਨੇ। ਤਾਂ ਹੁਣ ਇਹਨਾਂ ਦਾ ਜੇਕਰ ਅਸੀਂ ਨੇ ਔਸਤ ਪਤਾ ਕਰਨਾ ਹੋਵੇ, ਐਵਰੇਜ ਪਤਾ ਕਰਨੀ ਹੋਵੇ, ਤਾਂ ਅਸੀਂ ਉੱਪਰ ਵਾਲੀਆਂ ਸੰਖਿਆਵਾਂ ਦਾ ਸਾਰਿਆਂ ਦਾ ਜੋੜ ਕਰੋ। 1 ਜੋੜ 2 ਜੋੜ 3 ਜੋੜ 4 ਜੋੜ 5। ਉਸ ਤੋਂ ਬਿਨਾਂ ਇਹ ਸੰਖਿਆਵਾਂ ਗਿਣੋ ਵੀ ਕਿੰਨੀਆਂ ਨੇ, 1 2 3 4 5 5 ਨੇ, ਤਾਂ ਇਹਨੂੰ 5 ਤੇ ਵੰਡ ਦਿਓ, ਠੀਕ ਹੈ ਜੀ। ਇਹ 3 ਹੁੰਦੀਆਂ 3 ਤੇ ਵੰਡ ਦੇਣਾ ਸੀ, 4 ਹੁੰਦੀਆਂ 4 ਤੇ ਵੰਡ ਦੇਣਾ ਸੀ। ਜਿੰਨੀਆਂ ਸੰਖਿਆਵਾਂ ਹੋਣ ਓਨੇ ਤੇ ਇਹਨੂੰ ਵੰਡਣਾ ਹੁੰਦਾ ਹੈ ਜਦ ਅਸੀਂ ਇਹਨੂੰ ਰਵਾਇਤੀ ਤਰੀਕੇ ਨਾਲ ਕਰਦੇ ਹਾਂ, ਠੀਕ ਹੈ ਜੀ, ਪਰੰਪਰਾਗਤ ਇਸ ਟ੍ਰੈਡੀਸ਼ਨਲ ਵੇ ਨਾਲ ਕਰਦੇ ਹਾਂ। ਤਾਂ ਦੇਖੋ ਜੀ, ਇੱਥੇ ਅਸੀਂ ਕੀ ਕਰ ਸਕਦੇ ਹਾਂ, ਇਹਨਾਂ ਦਾ ਐਡ ਕਰੋ। 5 ਤੇ 4 9, 9 ਤੇ 3 12, 12 ਤੇ 3 15। 15 ਨੂੰ ਜਦ ਅਸੀਂ 5 ਤੇ ਡਿਵਾਈਡ ਕਰਾਂਗੇ ਤਾਂ ਸਾਡਾ ਆਨਸਰ ਆਊਗਾ 3। ਤਾਂ ਇੱਥੇ ਇਹਨਾਂ ਪਹਿਲੀਆਂ 5 ਪ੍ਰਾਕਿਰਤਿਕ ਸੰਖਿਆਵਾਂ ਦਾ ਜਿਹੜਾ ਔਸਤ ਹੈ ਉਹ ਕਿੰਨਾ ਸਾਡਾ 3 ਹੈ। ਇਸ ਤਰੀਕੇ ਨਾਲ ਅਸੀਂ ਨੇ ਇਹਦਾ ਔਸਤ ਕੱਢ ਲਿਆ। ਇਹ ਤਾਂ ਅਸੀਂ ਔਸਤ ਕੱਢਣ ਦਾ ਜੋ ਪਰੰਪਰਾਗਤ ਤਰੀਕਾ ਹੈ, ਮੂਲ ਕਹਿ ਲਓ, ਠੀਕ ਹੈ, ਜੋ ਚੱਲਿਆ ਆ ਰਿਹਾ ਭਾਵ ਲੈਂਥੀ ਵੀ ਹੈ। ਤੇ ਉਸ ਤੋਂ ਬਿਨਾਂ ਤੁਹਾਨੂੰ ਇੱਕ ਟ੍ਰਿਕ ਦੱਸ ਦਿੰਦੇ ਹਾਂ। ਟ੍ਰਿਕ ਯਾਦ ਕਰਨ ਤੋਂ ਪਹਿਲਾਂ ਤੁਸੀਂ ਥੋੜਾ ਜਿਹਾ ਇੱਥੇ ਵੀ ਸਮਝੋ। ਦੇਖੋ, ਜਿਵੇਂ ਤੁਹਾਨੂੰ ਸ਼ੁਰੂ ਦੇ ਵਿੱਚ ਦੱਸਿਆ ਸੀ ਕਿ ਇਹ ਮੂਲ ਸੰਖਿਆਵਾਂ ਨੇ ਜਿਹੜੀਆਂ, ਜਿਵੇਂ 5 ਲੈ ਲਈਆਂ ਸੀ ਨੇ, 5 ਦੇ ਵਿੱਚੋਂ ਵਿਚਕਾਰ ਵਾਲੀ ਰਕਮ ਕਿਹੜੀ ਸੀ, 3 ਸੀ, ਤਾਂ 3 ਸਾਡਾ ਆਨਸਰ ਆਇਆ। ਇੱਕ ਤਾਂ ਇਹੀ ਟ੍ਰਿਕ ਹੈ ਇਹਦੀ, ਠੀਕ ਹੈ ਜੀ। ਉਸ ਤੋਂ ਬਿਨਾਂ ਅਸੀਂ ਥੋੜਾ ਜਿਹਾ ਹੋਰ ਡਿਸਕਸ ਕਰ ਲੈਣੇ, ਜਿਵੇਂ ਕਿ ਦੇਖੋ ਜੀ, ਇੱਥੇ ਸਾਡੇ ਕੋਲ ਅਸੀਂ ਇੱਕ n ਅੱਖਰ ਵਰਤਦੇ ਹਾਂ। n ਦਾ ਭਾਵ ਹੁੰਦਾ ਕਿ ਕਿੰਨੇ ਅੱਖਰ ਨੇ। ਜਿਵੇਂ ਪਹਿਲਾਂ ਜਿਹੜੀ ਅਸੀਂ ਉਦਾਹਰਨ ਕੀਤੀ ਉਹਦੇ ਵਿੱਚ ਅਸੀਂ ਨੇ ਪਹਿਲੇ 5 ਅੱਖਰ ਲਏ ਸੀ, ਠੀਕ ਹੈ। ਕੁੱਲ ਅੱਖਰ ਕਿੰਨੇ ਸੀ, 5 ਸੀ। ਤਾਂ 5 n ਜੋੜ 1, n ਦਾ ਭਾਵ ਹੋਗਾ ਜਿੰਨੇ ਅੱਖਰ ਹੋਣ, ਨੰਬਰ ਆਫ ਟਰਮਸ, ਠੀਕ ਹੈ, ਜਾਂ ਨੰਬਰ ਆਫ ਜੋ ਗਿਵਨ ਸਾਡੇ ਕੋਲ ਹੁੰਦੀਆਂ ਨੇ, ਟਰਮਸ ਹੁੰਦੀਆਂ ਨੇ, ਸਥਿਤੀਆਂ ਹੁੰਦੀਆਂ ਨੇ, ਕੋਟੇਸ਼ਨਸ ਨੇ, ਉਹਨਾਂ ਦਾ ਅਸੀਂ ਨੇ ਨੰਬਰ ਭਾਵ ਉਹਨਾਂ ਦੀ ਗਿਣਤੀ ਲੈਣੀ ਹੁੰਦੀ ਹੈ, ਠੀਕ ਹੈ। ਤਾਂ n ਦਾ ਭਾਵ ਹੋ ਗਿਆ ਕਿ ਉਹਨਾਂ ਦੀ ਗਿਣਤੀ। n ਜੋੜ 1 ਡਿਵਾਈਡ ਬਾਈ 2, ਇਹ ਫਾਰਮੂਲਾ ਹੈ ਪ੍ਰਾਕਿਰਤਿਕ ਸੰਖਿਆਵਾਂ ਦਾ ਔਸਤ ਪਤਾ ਕਰਨ ਦਾ, ਬੜਾ ਈਜ਼ੀ ਹੈ। ਜਿਵੇਂ ਕਿ ਦੇਖੋ, ਅਸੀਂ ਨੇ ਪਹਿਲੀਆਂ 5 ਸੰਖਿਆਵਾਂ ਦਾ ਕੀਤਾ ਹੈ। ਪਹਿਲੀਆਂ 5 ਸੰਖਿਆਵਾਂ ਦਾ ਅਸੀਂ ਹੁਣ ਹੀ ਕਰਕੇ ਹਟੇ ਹਾਂ। ਦੇਖੋ ਜੀ, ਪਹਿਲੀਆਂ 5 ਨੇ, ਤਾਂ ਇੱਥੇ 1 2 3 4 5 ਸੰਖਿਆਵਾਂ ਨੇ, ਤਾਂ 5 ਦੇ ਵਿੱਚ 1 ਜੋੜ ਦਿਓ, ਠੀਕ ਹੈ ਜੀ, ਅਤੇ ਇਹਨੂੰ 2 ਤੇ ਵੰਡ ਦਿਓ। 5 ਦੇ ਵਿੱਚ 1 ਜੋੜਿਆ 6, 6 ਨੂੰ 2 ਤੇ ਵੰਡਿਆ 3,
ਤਾਂ ਇੱਥੇ ਸਾਡਾ ਆਨਸਰ ਕਿੰਨਾ ਆਇਆ ਸੀ 3। ਇਸ ਤਰੀਕੇ ਨਾਲ ਅਸੀਂ ਪ੍ਰਕਿਰਤਿਕ ਸੰਖਿਆਵਾਂ ਦਾ ਔਸਤ ਪਤਾ ਕਰ ਸਕਦੇ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਤੁਹਾਨੂੰ ਇੱਕ ਉਦਾਹਰਨ ਅਸੀਂ ਹੋਰ ਦਿੰਦੇ ਹਾਂ। ਦੇਖੋ ਜੀ, ਜਿਵੇਂ ਅਸੀਂ ਨੇ ਲੈ ਲਈਆਂ ਪਹਿਲੀਆਂ, ਜਿਵੇਂ ਸਲੋ ਤੋਂ ਕਰਾਂਗੇ, ਅਸੀਂ ਸਟਾਰਟਿੰਗ ਤੋਂ ਕਰਾਂਗੇ। ਦੇਖੋ ਜੇ ਅਸੀਂ ਨੇ ਪਹਿਲੀਆਂ 2 ਸੰਖਿਆਵਾਂ ਹੀ ਲੈ ਲਈਆਂ ਮੰਨ ਕੇ ਚੱਲੋ, ਠੀਕ ਹੈ, ਇਹਨਾਂ ਦਾ ਅਸੀਂ ਨੇ ਔਸਤ ਪਤਾ ਕਰਨਾ ਹੈ। ਤਾਂ ਇਹਨਾਂ ਦਾ ਔਸਤ ਪਤਾ ਕਿਵੇਂ ਕਰਾਂਗੇ ਅਸੀਂ? ਦੇਖੋ ਪਹਿਲੀਆਂ 2 ਸੰਖਿਆ ਲਈਆਂ ਨੇ 1 2, 2 ਦੇ ਵਿੱਚ 1 ਜੋੜ ਦਿਓ। ਠੀਕ ਹੈ, ਉਸ ਤੋਂ ਬਾਅਦ ਇਹਨੂੰ 2 ਤੇ ਵੰਡ ਦਿਓ। 2 ਦੇ ਵਿੱਚ ਕਿਉਂ ਜੋੜਿਆ? ਇੱਥੇ ਦੇਖੋ n ਜੋੜ 1 ਡਿਵਾਈਡ ਬਾਈ 2। n ਦਾ ਭਾਵ ਕਿ ਵੀ ਕਿੰਨੀਆਂ ਸੰਖਿਆਵਾਂ ਨੇ ਉਹਨਾਂ ਦੀ ਗਿਣਤੀ ਕਰੋ। 1 2 ਗਿਣਤੀ ਕੀਤੀ ਹੈ, ਗਿਣਤੀ ਦੇ ਵਿੱਚ 1 ਜੋੜਤਾ ਤੇ 2 ਤੇ ਵੰਡ ਕਰਤੀ। ਉੱਪਰ ਕਿੰਨਾ ਬਣ ਗਿਆ 3। ਠੀਕ ਹੈ ਜੀ, 3/2, ਯਾਨੀ ਕਿ ਇਹਦਾ ਜਿਹੜਾ ਐਵਰੇਜ ਹੋਏਗਾ, ਔਸਤ ਹੋਏਗਾ, ਉਹ ਕਿੰਨਾ ਆਏਗਾ 1.5 ਆਊਗਾ। ਠੀਕ ਹੈ, ਭਾਵ 1.5 ਆਊਗਾ। ਇਹ ਇਸ ਦਾ ਔਸਤ ਹੈ। ਇਸ ਤਰੀਕੇ ਨਾਲ ਅਸੀਂ ਪ੍ਰਕਿਰਤਿਕ ਸੰਖਿਆਵਾਂ ਦਾ ਔਸਤ ਪਤਾ ਕਰ ਸਕਦੇ ਹਾਂ। ਹੁਣ ਅਸੀਂ ਕੁਝ ਉਦਾਹਰਨ ਹੋਰ ਕਰ ਲੈਣੇ ਕਿ ਪ੍ਰਕਿਰਤਿਕ ਸੰਖਿਆਵਾਂ ਦਾ ਤੁਸੀਂ ਔਸਤ ਕਿਵੇਂ ਪਤਾ ਕਰ ਸਕਦੇ ਹੋ ਜੀ। ਅਸੀਂ ਲੈ ਲਈਆਂ ਨੇ ਸੰਖਿਆਵਾਂ, ਮੰਨ ਕੇ ਚਲੋ 1, ਦੇਖੋ ਜੀ ਜਿਵੇਂ ਅਸੀਂ ਨੇ ਲੈ ਲਈਆਂ ਨੇ ਸੰਖਿਆਵਾਂ 1, ਠੀਕ ਹੈ ਜੀ, 2 3 4 5 6 7 8 9, ਅਸੀਂ 9 ਸੰਖਿਆਵਾਂ ਲੈ ਲਈਆਂ। ਚਲੋ ਇਹ ਤਾਂ ਪਹਿਲਾਂ ਦੇਖੋ ਤੁਹਾਨੂੰ ਅਸੀਂ ਵੇ ਨਾਲ ਕਰਾਂਗੇ, ਜਿਹੜਾ ਲੈਂਥੀ ਵੇ ਹੈ ਆਪਣਾ, ਉਸ ਤਰੀਕੇ ਨਾਲ ਉੱਪਰ ਸਾਰੀਆਂ ਦਾ ਜੋੜ ਕਰਦੇ ਹੁੰਦੇ ਅਸੀਂ। 1 ਜੋੜ 2 3 6, ਠੀਕ ਹੈ, 6 ਤੇ 4 10, 10 ਤੇ 5 15, 15 ਤੇ 6 21, 21 ਤੇ 7 28, 28 ਤੇ 8, 28 ਤੇ 8 ਬਣ ਕੇ 36, 36 ਤੇ 9 45। ਠੀਕ ਹੈ ਜੀ, ਅਸੀਂ ਨੇ ਕੀ ਕਰਤਾ 45 ਲਿਖ ਲਿਆ। ਨੀਚੇ ਅਸੀਂ ਕਿੰਨਾ ਲਿਖਾਂਗੇ? ਇਹ ਕਿੰਨੀਆਂ ਸੰਖਿਆਵਾਂ ਨੇ? 9 ਨੇ। ਠੀਕ ਹੈ ਜੀ, 9 ਨੇ, ਤਾਂ ਨੀਚੇ 9 ਲਿਖਾਂਗੇ। 45 ਨੂੰ ਜਦ ਅਸੀਂ 9 ਤੇ ਵੰਡਾਂਗੇ ਤਾਂ ਸਾਡਾ 5 ਸਹੀ ਉੱਤਰ ਆਵੇਗਾ। ਇਹ ਤਾਂ ਸੀ ਜੀ ਲੈਂਥੀ ਵੇ। ਠੀਕ ਹੈ, ਲੈਂਥੀ ਵੇ ਸੀ, ਜਿਸ ਤਰੀਕੇ ਨਾਲ ਅਸੀਂ ਤੁਹਾਨੂੰ ਦੱਸਿਆ ਵੀ ਤੁਸੀਂ ਕਰ ਸਕਦੇ ਹੋ ਜੇਕਰ ਟ੍ਰਿਕ ਕਈ ਵਾਰ ਨਹੀਂ ਯਾਦ ਰਹਿੰਦੀ। ਤਾਂ ਦੇਖੋ ਇਹਦੇ ਨਾਲ ਸਾਡਾ ਆਨਸਰ ਆਏਗਾ 5। ਪਰੰਤੂ ਹੁਣ ਅਸੀਂ ਟ੍ਰਿਕ ਨਾਲ ਕਰਦੇ ਹਾਂ। ਟ੍ਰਿਕ ਕੀ ਹੈ ਸਾਡੀ ਕਿ n ਜੋੜ 1 ਡਿਵਾਈਡ ਬਾਈ 2। n ਦਾ ਭਾਵ ਹੋ ਗਿਆ ਨੰਬਰ ਆਫ ਟਰਮਸ, ਜੋ ਸਾਡੀਆਂ ਗਿਣਤੀ ਕਿੰਨੀਆਂ ਟਰਮਸ ਦੀ ਕਿੰਨੀ ਹੈ? ਦੇਖੋ 1 2 3 4 5 6 7 8 9 ਨੇ, ਤਾਂ 9 ਜੋੜ 1 ਯਾਨੀ ਕਿ 10, 10 ਨੂੰ 2 ਤੇ ਵੰਡੋ, ਕਿੰਨਾ ਆ ਗਿਆ 5। ਇਸ ਤਰੀਕੇ ਨਾਲ ਅਸੀਂ ਟ੍ਰਿਕ ਲਗਾ ਕੇ ਬੜੇ ਈਜ਼ੀ ਵੇ ਨਾਲ ਪ੍ਰਕਿਰਤਿਕ ਸੰਖਿਆਵਾਂ ਦਾ ਔਸਤ ਪਤਾ ਕਰ ਸਕਦੇ ਹਾਂ। ਉਸ ਤੋਂ ਬਿਨਾਂ ਦੇਖੋ ਜੀ, ਮੰਨ ਕੇ ਚਲੋ ਤੁਹਾਨੂੰ ਪਹਿਲੀਆਂ 50 ਸੰਖਿਆਵਾਂ ਦਾ ਪੁੱਛ ਲਿਆ। ਹੁਣ ਦੇਖੋ ਪਹਿਲਾਂ ਤਾਂ 1 2 3 ਤੁਸੀਂ ਐ ਗਿਣਤੀ ਲਿਖਦੇ ਫਿਰੋਗੇ ਜੇਕਰ ਤੁਸੀਂ ਰਵਾਇਤੀ ਤਰੀਕੇ ਨਾਲ ਕਰੋਗੇ। ਪਰੰਤੂ ਰਵਾਇਤੀ ਤਰੀਕਾ ਤਾਂ ਅਸੀਂ ਥੋੜ੍ਹਿਆਂ ਕਿਤੇ ਕਰ ਸਕਦੇ ਹਾਂ। ਹੋ ਸਕਦਾ ਸਾਨੂੰ 1000 ਪੁੱਛ ਲੈਣ, 500 ਪੁੱਛ ਲੈਣ, 100 200 ਕਿੰਨੀਆਂ ਪੁੱਛੀਆਂ ਜਾ ਸਕਦੀਆਂ ਨੇ। ਤਾਂ ਇਸ ਸਥਿਤੀ ਦੇ ਵਿੱਚ ਸਾਨੂੰ ਇਹੀ ਤਰੀਕਾ ਲਗਾਉਣਾ ਪਊਗਾ। ਪਹਿਲੀਆਂ 50 ਪੁੱਛੀਆਂ ਨੇ, ਇਹਦਾ ਭਾਵ n ਕਿੰਨਾ ਸਾਡਾ ਇੱਥੇ 50 ਹੈ। ਠੀਕ ਹੈ ਜੀ, n ਕਿੰਨਾ ਸਾਡਾ 50 ਹੈ। n ਦੇ ਵਿੱਚ ਅਸੀਂ ਨੇ 1 ਜੋੜਨਾ ਹੁੰਦਾ ਹੈ, ਉਸ ਤੋਂ ਬਾਅਦ ਇਹਨੂੰ 2 ਤੇ ਵੰਡਣਾ ਹੁੰਦਾ ਹੈ। ਤਾਂ ਦੇਖੋ ਕਿੰਨਾ ਬਣੂਗਾ ਇਹ। ਅਸੀਂ 50 ਦੇ ਵਿੱਚ ਜਦ 1 ਜੋੜਦਾ ਤਾਂ ਬਣ ਗਏ 51। ਠੀਕ ਹੈ ਜੀ, 51 ਨੂੰ ਅਸੀਂ ਨੇ 2 ਤੇ ਭਾਗ ਕਰਤੀ ਤਾਂ ਪਿੱਛੇ ਸਾਡਾ ਆਨਸਰ ਆਊਗਾ 25.5। ਇਹ ਸਾਡਾ ਰਾਈਟ ਆਨਸਰ ਹੋਏਗਾ। ਠੀਕ ਹੈ ਜੀ, ਇਸ ਤਰ੍ਹਾਂ 25.5 ਜਿਹੜਾ ਇਹਨਾਂ ਪਹਿਲੀਆਂ 50 ਪ੍ਰਕਿਰਤਿਕ ਸੰਖਿਆਵਾਂ ਦਾ ਕੀ ਹੈ ਔਸਤ ਹੈ, ਜਾਂ ਕਹਿ ਲਓ ਐਵਰੇਜ ਹੈ। ਠੀਕ ਹੈ ਜੀ, ਇਸ ਤਰੀਕੇ ਨਾਲ ਅਸੀਂ ਪ੍ਰਕਿਰਤਿਕ ਸੰਖਿਆਵਾਂ ਦਾ ਔਸਤ ਪਤਾ ਕਰ ਸਕਦੇ ਹਾਂ। ਉਸ ਤੋਂ ਬਿਨਾਂ ਥੋੜਾ ਜਿਹਾ ਇਹ ਡੂੰਘਾਈ ਨਾਲ ਕਈ ਵਾਰ ਜਿਸਤ ਦਾ ਕਹਿ ਦਿੰਦੇ ਨੇ, ਇਕੱਲੀਆਂ ਜਿਸਤ ਪ੍ਰਾਕਿਰਤਿਕ ਸੰਖਿਆਵਾਂ ਦਾ ਔਸਤ, ਤਾਂ ਉਹਦਾ ਪਹਿਲਾਂ ਤਾਂ ਅਸੀਂ ਮੂਲ ਵੇ ਕਰਦੇ ਹਾਂ ਜੋ ਰਵਾਇਤੀ ਤਰੀਕਾ। ਦੇਖੋ ਜੀ, ਜਿਸਤ ਪ੍ਰਾਕਿਰਤਿਕ ਸੰਖਿਆਵਾਂ ਕੀ ਹੈ? ਭਾਵ ਸਾਡੇ ਕੋਲ 2 ਹੋ ਗਈ, ਉਸ ਤੋਂ ਬਿਨਾਂ 4 ਹੋ ਗਈ, ਉਸ ਤੋਂ ਬਿਨਾਂ 6 ਹੋ ਗਈ, ਉਸ ਤੋਂ ਬਿਨਾਂ 8 ਹੋ ਗਈ। ਪਹਿਲੀਆਂ 4 ਲੈ ਲੈਂਦੇ ਹਾਂ ਅਸੀਂ। ਠੀਕ ਹੈ, ਤਾਂ ਰਵਾਇਤੀ ਤਰੀਕਾ ਕੀ ਹੈ ਵੀ ਉੱਪਰ ਸਾਰੀਆਂ ਦਾ ਜੋੜ, ਨੀਚੇ ਵੰਡ ਕਾਹਦੇ ਨਾਲ ਕਰਨੀ ਅਸੀਂ ਨੇ? ਜਿੰਨੀਆਂ ਸੰਖਿਆਵਾਂ ਅਸੀਂ ਨੇ ਲਈਆਂ ਨੇ, 1 2 3 4 ਸੰਖਿਆਵਾਂ ਲਈਆਂ ਨੇ ਤਾਂ 4 ਤੇ ਭਾਗ ਕਰਾਂਗੇ। ਹੁਣ ਇਹਨਾਂ ਦਾ ਅਸੀਂ ਜੋੜ ਕਰਦੇ ਹਾਂ 14, 14 4 18 ਤੇ 2 20। ਠੀਕ ਹੈ ਜੀ, ਕਿੰਨਾ ਬਣ ਗਿਆ ਇਹ 20 ਡਿਵਾਈਡ ਬਾਈ 4 ਬਰਾਬਰ ਆ ਗਿਆ 5। ਕਿੰਨਾ ਆਨਸਰ ਆਉਂਦਾ ਸਾਡਾ 5। ਪਰੰਤੂ ਜੇਕਰ ਅਸੀਂ ਕਹੀਏ ਤੁਹਾਨੂੰ ਵੀ ਇਹ ਲੈਂਥੀ ਵੀ ਤੁਹਾਨੂੰ ਕਰਨ ਦੀ ਲੋੜ ਹੀ ਨਹੀਂ ਸੀ, ਤੁਸੀਂ ਟ੍ਰਿਕ ਦੇ ਨਾਲ ਕਿਸ ਤਰ੍ਹਾਂ ਕਰ ਸਕਦੇ ਇਸ ਦਾ ਟ੍ਰਿਕ ਵੀ ਇਹਦੀ ਸੁਣ ਲਓ। ਇਹਦੀ ਟ੍ਰਿਕ ਬੜੀ ਈਜ਼ੀ ਹੈ। ਟ੍ਰਿਕ ਹੈ ਜੀ ਕਿ n ਜੋੜ 1, n ਦਾ ਭਾਵ ਕੀ ਹੈ ਕਿ ਜਿੰਨੀਆਂ ਸੰਖਿਆਵਾਂ ਨੇ, n ਦਾ ਭਾਵ ਕਿ ਨੰਬਰ ਆਫ ਟਰਮ, ਕਿੰਨੀਆਂ ਸੰਖਿਆਵਾਂ ਲਈਆਂ ਨੇ ਅਸੀਂ ਨੇ? 1 2 3 4 ਸੰਖਿਆਵਾਂ ਲਈਆਂ ਨੇ, ਤਾਂ 4 ਦੇ ਵਿੱਚ 1 ਜੋੜ ਦੋ। ਦੇਖੋ n ਜੋੜ 1 ਭਾਵ n ਕਿੰਨਾ ਸਾਡਾ 4, 4 ਦੇ ਵਿੱਚ 1 ਜੋੜ ਦੋ, ਆਨਸਰ ਕਿੰਨਾ ਆ ਗਿਆ 5। ਤਾਂ 5 ਸਾਡਾ ਰਾਈਟ ਆਨਸਰ ਹੋਊਗਾ। ਠੀਕ ਹੈ ਜੀ, ਜਿਸਤ ਪ੍ਰਾਕਿਰਤਿਕ ਸੰਖਿਆਵਾਂ ਦਾ
औसत पता करना बड़ा ईजी है। जिन्नियां संख्यावां का पता करना है, पहलियां कहता जो, ठीक है, जो कहता भी पहलियां 50 और जिसत संख्यावां, ठीक है, पहलियां 20 प्राकृतिक जिसत संख्यावां हो गई, तो इन्हां दा जदों सानू कहता ना भी औसत पता करना है, तो डायरैक्ट उस संख्या दे विच जिन्नियां संख्यावां हन उहदे विच एक जोड़ दो, गिणती दे विच एक जोड़ना है। ये चीज़ का ध्यान जरूर रखियो। हुण देखो असीं करदे हां, मान के चलो पहलां थोड़ा जिहा मूल समझ लो, जिवें कि असीं ने 2 4 यही 2 संख्यावां ने, पहलियां 2 जिसत प्राकृतिक संख्यावां ने, जिसत भी नहीं अते प्राकृतिक संख्यावां ने, तो इन्हां दा असीं ने जेकर औसत पता करना होवे तो किवें करांगे। देखो किन्नियां संख्यावां ने, 1 2 2 ने, तो 2 दे विच 1 जोड़ दो, किन्ना आ गया 3। यह 2 और 4 का एवरेज कितना होएगा, 3 होगा। ठीक है जी, इस तरीके नाल कर सकते हैं। उस तो बिना सानू यह सवाल थोड़ा जिहा इस तरीके नाल पूछा जा सकता है, लेंथी बना के कि पहलियां मन के चलो कहता कि पहलियां 20 संख्यावां दा, ठीक है, तो पहलियां 20 संख्यावां दा की है, यदा मतलब गिनती किन्नी उन्हां संख्यावां दी 20 है। जो पहलियां कहता है मतलब पहलियां 20 संख्यावां लैणगे, तो एन साडा इत्थे किन्ना है 20 है। जे तुसीं एन लभना सीख गए तो तुहानूं कोई भी गलती हो ही नहीं सकती इन्हां सवालों के विच, ठीक है। बाकी आने वाले समय के असीं जदों रैंडमली पुछ लैंदे ने वो भी 20 तो लैके 25 तक दीयां संख्यावां, जिसत संख्यावां, ऑड संख्यावां भाव टांक संख्यावां, तो उस वे दे सवाल भी असीं करांगे आने वालियां वीडियोज़ दे विच। इस करके चैनल नूं सबसक्राइब कर लो अते लगातार चैनल दे नाल जुड़े रहो। तो देखो जी, पहलियां 20 जो जिसत प्राकृतिक संख्यावां ने, इन्हां दा असीं औसत कढना सिखांगे। देखो जिसत प्राकृतिक संख्यावां दे औसत का फॉर्मूला की हुंदा हैगा, एन जोड़ 1। एन की है साडा इत्थे 20, एन किन्ना है साडा 20, एन दे विच 1 जोड़ तो किन्ना बन गया 21। पहलियां 20 संख्यावां जिसत संख्यावां दा, जिसत प्राकृतिक संख्यावां दा जो औसत होएगा साडा ओह 21 होवेगा। ठीक है जी, इस तरीके नाल इहनूं असीं हल कर सकदे सी। उस तो बाद असीं जाणदे हां कि टांक प्राकृतिक संख्यावां दा औसत असीं किस तरीके नाल पता कर सकते हैं। टांक भाव ऑड प्राकृतिक संख्यावां दा जिहड़ा औसत है वह पता करन दा बड़ा ईजी भी है। एन इहदी ट्रिक है। एन दा भाव की है कि जिन्नियां संख्यावां दा पता करना होवे ओह संख्या खुद ही औसत हुंदी है। ठीक है जी, जिवें कि असीं देखो लै लैने इत्थे कि असीं टांक संख्यावां सानूं दित्तियां होईयां ने, जिवें 1 दे रखिआ, 3 दे रखिआ, 5 दे रखिआ, उस तो बाद 7 दे रखिआ। यह किन्नियां संख्यावां ने, 4। पहलियां 4 टांक प्राकृतिक संख्यावां ने, यह टांक भी ने प्राकृतिक भी ने, तो इन्हां दा असीं औसत पता करना है। तो इस स्थिति दे विच औसत पता करना बड़ा ईजी है। देखो 1 2 3 4 इन्हां दी गिनती किन्नी है, 4, तो साडा औसत जिहड़ा एवरेज है वो किन्ना आ गया, 4 आ गया। एन दा भाव की है कि इन्हां दी गिनती नंबर ऑफ टर्म्स किन्नियां ने, 4 ने, तो साडा औसत किन्ना आ गया, 4 आ गया। यह जिहड़ी ट्रिक है, यह फॉर्मूला सिर्फ टांक प्राकृतिक संख्यावां दे औसत दा है। ये चीज़ तुसीं ने ध्यान दे रखना है। जेकर तुसीं ये चीज़ भुल गए ना भी किहड़ियां भी टांक दे किहड़ा फॉर्मूला लगाना है, प्राकृतिक ते किहड़ा, जेकर तुसीं भुल भी जाने तो तुसीं लेंथी वी नाल कर सकते हो। लेंथी वी सुन लो। देखो यह टांक प्राकृतिक संख्यावां ने, 1 जोड़ 3 जोड़ 5 जोड़ 7। बट ट्रिक दा अते लेंथी वे दा यही मसला हुंदा है कि ट्रिक किसी ते भी लगाई जा सकती है। बट जेकर असीं लेंथी वे नाल करांगे, असीं 5 दा कर लांगे, 10 दा कर लांगे, जे सानूं 100 पुछ लिया तो उस तो असीं कन्फ्यूज हो जाएंगे, उन्हां दा जोड़ घटा करदे ही साडा टाइम लंघ जूगा। ठीक है, तो देखो पहलियां 4 संख्यावां लै लियां असीं ने टांक प्राकृतिक संख्यावां। ठीक है, किन्नियां ने ये 4, तो 4 ते भाग कर दो उपर सारिਆਂ दा जोड़ करके। ठीक है जी, जोड़ करके कितना बनूगा, 4 9 9 7 16। ठीक है जी, 16 नूं 4 ते वंडांगे तो साडा आंसर कितना आऊगा, 4, जो कि इस वे नाल आया सी। तो 4 ही औसत आउंदा है। ठीक है, तो यह तुहानूं असीं ने थोड़ा जिहा लेंथी वे सी जिहड़ा वो भी दस दित्ता अते जो इहदी ट्रिक सी वो भी तुहानूं दस दित्ती है। हाँ जी, हुण असीं लास्ट दे विच तुहाडी एक बार रिवीजन करवा दिंदे, क्योंकि ये जरूरी ने याद रखनियां। तो एक तो तुसीं ने ये गल जरूर याद रखनी है कि यह प्राकृतिक संख्यावां किहड़ियां हुंदियां ने, जिसत संख्यावां किहड़ियां हुंदियां ने, टांक संख्यावां किहड़ियां हुंदियां ने। उम्मीद है कि याद भी हो गईयां होणगीआं। ठीक है, प्राकृतिक संख्यावां भाव नैचुरल नंबरस, जिसत प्राकृतिक संख्यावां भाव ईवन नैचुरल नंबरस ने जिहड़े। ठीक है, उस तो बिना ऑड नैचुरल नंबरस ने जिहड़े, इन्हां नूं तुसीं ध्यान दे जरूर रखना। उस तो बिना एक बार ट्रिक भी समझ लो दोबारा तो, क्योंकि रिवाइज कर रहे हैं लैक्चर के लास्ट विच। प्राकृतिक संख्यावां दा औसत पता करन दा फॉर्मूला हुंदा n जोड़ 1 डिवाइड बाई 2, n जोड़ 1 डिवाइड बाई 2। n दा भाव की है, गिनती। n दा भाव की है, गिनती। ये चीज़ नूं ध्यान दे जरूर रख लियो। ठीक है, n दा भाव की है, गिनती। उस तो बाद असीं डिस्कस करते हैं कि जिसत प्राकृतिक संख्यावां दा औसत।
ਜਿਸਤ ਪ੍ਰਾਕਿਰਤਿਕ ਸੰਖਿਆਵਾਂ ਦਾ ਔਸਤ ਤੁਸੀਂ n ਜੋੜ 1 ਦੇ ਨਾਲ ਪਤਾ ਕਰ ਸਕਦੇ ਹੋ। ਠੀਕ ਹੈ, n ਦਾ ਭਾਵ ਕੀ ਗਿਣਤੀ ਦੇ ਵਿੱਚ 1 ਜੋੜੋ, ਉਹ ਕੀ ਆ ਗਿਆ, ਜਿਸਤ ਸੰਖਿਆਵਾਂ ਦਾ ਕੀ ਆ ਗਿਆ, ਔਸਤ ਆ ਗਿਆ। ਜਿਸਤ ਪ੍ਰਾਕਿਰਤਿਕ ਸੰਖਿਆਵਾਂ ਦਾ ਔਸਤ ਕਰਨ ਦਾ ਫਾਰਮੂਲਾ ਕੀ ਹੈ, n ਜੋੜ 1, n ਜੋੜ 1। ਉਸ ਤੋਂ ਬਾਅਦ ਅਸੀਂ ਜਾਣ ਲੈਂਦੇ ਹਾਂ ਕਿ ਟਾਂਕ ਪ੍ਰਾਕਿਰਤਿਕ ਸੰਖਿਆਵਾਂ ਦਾ ਔਸਤ ਕੱਢਣ ਦਾ ਫਾਰਮੂਲਾ ਕੀ ਹੈ। ਇਹਦਾ ਫਾਰਮੂਲਾ ਜੀ n ਦਾ ਭਾਵ ਕੀ ਹੈ ਕਿ ਗਿਣਤੀ, ਉਹਨਾਂ ਸੰਖਿਆਵਾਂ ਦੀ ਜਿਹੜੀ ਗਿਣਤੀ ਹੈ ਉਹ ਹੀ ਸਾਡਾ ਆਨਸਰ ਹੁੰਦਾ ਹੈ। ਠੀਕ ਹੈ ਜੀ, ਤਾਂ ਇਹ ਜੋ ਅੱਜ ਅਸੀਂ ਨੇ ਕੀਤੇ ਨੇ ਫਾਰਮੂਲੇ, ਇਹ ਤੁਹਾਡੀਆਂ ਪਹਿਲੀਆਂ ਸੰਖਿਆਵਾਂ ਦੇ ਨਾਲ ਰਿਲੇਟਡ ਨੇ। ਪਹਿਲੀਆਂ 20 ਕਹਿਤਾ, ਪਹਿਲੀਆਂ 15 ਕਹਿਤਾ, ਪਹਿਲੀਆਂ 10 ਕਹਿਤਾ, ਪਹਿਲੀਆਂ 50 ਕਹਿਤਾ, ਪਹਿਲੀਆਂ 100 ਕਹਿਤਾ, ਤਾਂ ਤੁਸੀਂ ਉੱਥੇ ਈਜ਼ੀਲੀ ਇਹ ਸਵਾਲਾਂ ਤੇ ਇਹ ਟ੍ਰਿਕ ਲਗਾ ਕੇ ਸਾਰੇ ਸਵਾਲ ਹੱਲ ਕਰ ਸਕਦੇ ਹੋ। ਬਟ ਜੇਕਰ ਰੈਂਡਮਲੀ ਪੁੱਛ ਲੈਂਦੇ ਨੇ, ਮੰਨ ਕੇ ਚੱਲੋ 5 ਤੋਂ 10 ਤੱਕ ਕਹਿਤਾ, ਠੀਕ ਹੈ, 50 ਤੋਂ 100 ਤੱਕ ਕਹਿਤਾ, ਇਹੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਡਿਸਕਸ ਕਰਾਂਗੇ। ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸੈਕੰਡ ਪਾਰਟ ਜ਼ਰੂਰ ਦੇਖਿਓ, ਉਹਦੇ ਵਿੱਚ ਅਸੀਂ ਇਹ ਖਾਸ ਸਵਾਲ ਵੀ ਡਿਸਕਸ ਜ਼ਰੂਰ ਕਰਾਂਗੇ। ਇਹ ਵੀਡੀਓ ਤੱਕ ਦੇਖਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।